वीडियो के साथ खुश आमदीद। दोस्तों, इस वक्त मैं मौजूद हूँ मुनव्वर महर साहब के डेयरी फार्म पर। इनके पास 55 भैंसें और 25 गोद हैं। माशाल्लाह काफ़ी अच्छा सेटअप है इनका। तो आज की इस वीडियो में इनके जो तजर्बाकार मुलाजम हैं वो हमें इंटरव्यू देंगे। उनसे पूछा जाएगा कि इन ये जानवर कहाँ से खरीदे, किस नस्ल के जानवर हैं, इनको रोज़ाना क्या खिलाते पिलाते हैं, इन्होंने भैंसें और गाय इकट्ठी क्यों रखी हुई हैं। इसके अलावा डेयरी फार्मिंग के हवाले से मुकम्मल मालूमात हासिल की जाएंगी। दोस्तों, इनके जानवर, फार्म और शेड मैं आपको इंटरव्यू के दौरान ही दिखाऊंगा ताकि आपका वक्त ज़ाया ना हो। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम अस्सलाम। अंकल जी की ना है ਤੁਹਾਡਾ? आलम शेर जी। माशाल्लाह। सर किन्ने जानवर ने ਤੁਹਾਡੇ ਕੋਲ? ਸਾਡੇ ਕੋਲ 80 ਜਾਨਵਰ ਹੈ। ਇਹ ਕਿਹੜੇ जानवर ने? ਮੱਝਾਂ ਨੇ, ਗਾਵਾਂ ਨੇ। ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ ਨੇ? 55 ਮੱਝੇ ਤੇ 25 ਗਾਵਾਂ ਨੇ। ਹਾਂ। ਮਾਸ਼ਾਅੱਲਾ। ਤੇ ਸਰ ਕਿੰਨੀ ਤੁਸੀਂ ਅਰਸੇ ਤੋਂ ਇਹ ਕੰਮ ਕਰਦੇ ਹੋ ਵੀ? ਇਹ ਅਰਸੇ ਤੋਂ ਅਸੀਂ ਤਕਰੀਬਨ 20 ਤੋਂ 25 ਸਾਲ ਤੱਕ ਕਰ ਰਹੇ ਹਾਂ। ਮਾਸ਼ਾਅੱਲਾ। ਤੇ ਇਹ ਜਿਹੜਾ ਤੁਹਾਡਾ 20-25 ਸਾਲ ਦਾ ਤਜਰਬਾ ਹੈ, ਇਹ ਕਿਹਦਾ ਰਿਹਾ? ਇਹ ਕਾਰੋਬਾਰ ਨਫਾ ਬਖਸ਼ ਹੈ ਕਿ ਇਹਦੇ 'ਚ ਨੁਕਸਾਨ ਹੈ? ਨਫਾ ਬਖਸ਼ ਹੈ। ਅੱਛਾ। ਤੇ ਕਿਹੜੇ ਮਸਾਇਲ ਹੁੰਦੇ ਨੇ ਤੁਹਾਡੇ ਕਾਰੋਬਾਰ ਵਿੱਚ, ਉਹ ਵੀ ਥੋੜੇ ਦੱਸ ਦਿਓ ਸ਼ੁਰੂ 'ਚ। ਮਸਾਇਲ ਚਾਰੇ ਦਾ ਹੈ। ਅੱਛਾ। ਜਿਸ ਟਾਈਮ ਮੌਸਮ ਗਰਮਾ ਆਵੇ ਜੀ, ਉਸ ਟਾਈਮ ਥੋੜਾ ਚਾਰਾ ਦੀ ਥੋੜੀ ਕਮੀ ਮਹਿਸੂਸ ਹੁੰਦੀ ਹੈ। ਠੀਕ ਉਸ ਹੈ। ਤੂੜੀ ਪਾਣੀ ਅੱਛਾ। ਉਸ ਟਾਈਮ ਤੂੜੀ ਦੇ ਵਿੱਚ ਥੋੜਾ ਮਸਲਾ ਫੰਡਾ ਡਾਲਣਾ ਸ਼ੁਰੂ ਕਰ ਦੇਣਾ। ਫਿਰ ਉਸ ਟਾਈਮ ਬਾਅਦ ਚਾਰਾ ਹੋ ਜਾਏਗਾ। ਚਾਰੇ ਤੋਂ ਬਾਅਦ ਫਿਰ ਫੰਡਾ ਥੋੜਾ ਕਮ ਹੋ ਜਾਏ, ਚਾਰਾ ਜ਼ਿਆਦਾ ਹੋ ਜਾਏਗਾ। ਅੱਛਾ। ਗਰਮੀ 'ਚ ਇਹ ਮਸਾਇਲ ਹੁੰਦੇ ਨੇ। ਇਸ ਤੋਂ ਇਲਾਵਾ ਮੁਲਾਜ਼ਮਾਂ ਦਾ ਵੀ ਕੋਈ ਮਸਲਾ ਹੁੰਦਾ ਹੈ? ਹੁੰਦਾ ਹੈ। ਮੁਲਾਜ਼ਮ ਵੀ ਅੱਗੇ ਪਿੱਛੇ ਨਸਲੇ ਬਚਦੇ ਨੇ। ਇਹ ਕੀ ਵਜ੍ਹਾ ਕਿ ਮੁਲਾਜ਼ਮ ਟਿਕਦੇ ਕਿਉਂ ਨਹੀਂ? ਬੜੇ ਅਸੀਂ ਇਸ ਤੋਂ ਪਹਿਲੇ ਵੀਡੀਓ ਬਣਾ ਚੁੱਕੇ ਹਾਂ। ਹਾਂਜੀ। ਜ਼ਿਆਦਾ ਮਸਾਇਲ ਇਹ ਨੇ ਕਿ ਮੁਲਾਜ਼ਮ ਟਿਕਦੇ ਨਹੀਂ। ਹਾਂਜੀ। ਕੀ ਵਜ੍ਹਾ ਮੁਲਾਜ਼ਮ ਕਿਉਂ ਨਹੀਂ ਟਿਕਦੇ? ਇਹ ਮੁਲਾਜ਼ਮਾਂ ਦੀ ਇੱਕ ਫਿਤਰਤ ਆਦਤ ਹੁੰਦੀ ਹੈ। ਅੱਛਾ। ਇੱਕ ਮਹੀਨਾ 2 ਮਹੀਨੇ ਰਹਿਣਾ ਤੇ ਫਿਰ ਛੁੱਟੀ ਕਰ ਲੈਣੀ। ਇਹ ਮੁਲਾਜ਼ਮ ਹੁੰਦੀ ਹੈ। ਵੈਸੇ ਹੋਰ ਕੋਈ ਤਨਖਾਹ ਵਗੈਰਾ ਦਾ ਮਸਲਾ ਨਹੀਂ, ਕੋਈ ਰੋਟੀ ਪਾਣੀ ਦਾ ਕੋਈ ਖਰਚੇ ਵਗੈਰਾ ਦਾ ਮਸਲਾ ਨਹੀਂ ਹੈ। ਤੇ ਸਰ ਕਿਹੜੇ ਇਲਾਕੇ ਤੋਂ ਮੁਲਾਜ਼ਮ ਲਿਆਉਣਾ ਬਿਹਤਰ ਹੈ? ਬੜਾ ਇਸ ਤੋਂ ਇਲਾਵਾ ਘੱਟ ਦੇ ਮੁਲਾਜ਼ਮ ਇੱਥੇ ਜੋ ਵੀ ਇਸ ਇਲਾਕੇ ਵਿੱਚ ਹੈ ਨਾ, ਅੱਛਾ ਇੱਕ ਨੰਬਰ ਹੈ। ਅੱਛਾ ਸਰ, ਇਹ ਦੱਸਿਓ ਕਿ ਤੁਹਾਡੇ ਕੋਲ ਜਿਹੜੇ ਜਾਨਵਰ ਨੇ ਇਹ ਕਿਹੜੀ ਨਸਲ ਦੇ ਨੇ? ਮੱਝਾਂ ਦੀ ਨਸਲ ਦੱਸੋ ਤੇ ਗਾਵਾਂ ਦੀ ਵੀ ਦੱਸੋ। ਗਾਵਾਂ ਸਾਡੇ ਕੋਲ ਬਲੈਤੀ ਵੀ ਹਨ ਔਰ ਦੇਸੀ ਵੀ ਹਨ। ਤੇ ਮੱਝਾਂ ਨੀਲੀ ਰਾਵੀ। ਸਾਰੀਆਂ ਨੀਲੀ ਰਾਵੀ ਦੀਆਂ? ਹਾਂਜੀ। ਨੀਲੀ ਰਾਵੀ ਪਿਓਰ ਨੇ ਕਿ ਕ੍ਰਾਸ ਨੇ? ਕ੍ਰਾਸ ਵੀ ਹਨ, ਪਿਓਰ ਵੀ ਹਨ। ਅੱਛਾ ਸਰ, ਤੁਸੀਂ ਜਿਹੜੀ ਅਸਲ ਨੀਲੀ ਰਾਵੀ ਦੀ ਮੱਝ ਹੈ ਹਾਂਜੀ। ਉਹਦੀ ਕੀ ਪਹਿਚਾਣ ਹੈ, ਉਹ ਦੱਸ ਸਕਦੇ ਹੋ? ਹਾਂਜੀ। ਕੀ ਪਹਿਚਾਣ ਹੈ ਦੱਸਿਓ। ਉਹਦਾ ਮੱਝ ਦਾ ਜਿਹੜਾ ਪਿਛਲਾ ਹੋਣਾ ਹੈ ਨਾ ਜੀ, ਪਰਲੀ ਸਾਈਡ ਤੋਂ ਜ਼ਿਆਦਾ ਪਿੱਛੇ ਜ਼ਿਆਦਾ ਹੁੰਦੀ ਹੈ। ਅੱਛਾ। ਇਸ ਤੋਂ ਇਲਾਵਾ ਕੀ ਪਹਿਚਾਣ ਹੈ? ਉਹਦੇ ਸਿੰਘ ਜਿਹੜੇ ਬਿਹਤਰੀਨ ਸੋਹਣੇ ਹੋ ਸਨ। ਤੇ ਕੁੰਡੇ ਹੁੰਦੇ ਨੇ ਕਿ ਸਿੱਧੇ ਹੁੰਦੇ ਨੇ? ਮੁੰਡੇ ਹੋ ਸਨ। ਇਸ ਤੋਂ ਇਲਾਵਾ ਕੀ ਪਹਿਚਾਣ ਹੈ? ਇਸ ਤੋਂ ਇਲਾਵਾ ਉਹ ਦੁੱਧ ਜ਼ਿਆਦਾ ਦੇ ਸਨ। ਅੱਛਾ। ਹਾਂਜੀ। ਮੱਝਾਂ ਚੋਂ ਜਿਹੜੀ ਸਭ ਤੋਂ ਅੱਛੀ ਨਸਲ ਉਹ ਨੀਲੀ ਰਾਵੀ ਦੀ ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਮੱਝਾਂ ਦੁੱਧ ਨੀਲੀ ਰਾਵੀ। ਨੀਲੀ ਰਾਵੀ ਦੀ ਚੰਗੀ ਤੋਂ ਚੰਗੀ ਮੱਝ ਕਿੰਨਾ ਦੁੱਧ ਦਿਖਦੀ ਹੈ? ਚੰਗੀ ਤੋਂ ਚੰਗੀ, ਅੱਛੀ ਤੋਂ ਅੱਛੀ ਮੱਝ ਨੇ 6 ਖੁਰਾਕ 20 ਲੀਟਰ ਦੁੱਧ ਕਰ ਦੇਣੀ। ਮਾਸ਼ਾਅੱਲਾ। ਤੇ ਜਿਹੜੀ 20 ਲੀਟਰ ਦੁੱਧ ਦੇਣ ਵਾਲੀ ਮੱਝ ਹੈ ਉਹ ਅੱਜ ਕੱਲ੍ਹ ਕਿੰਨੇ 'ਚ ਮਿਲ ਜਾਂਦੀ ਹੈ? ਉਹ ਅੱਜ ਕੱਲ੍ਹ ਮਿਲੇਗੀ 4 ਲੱਖ ਉੱਤੇ। ਇੰਨੀ ਮਹਿੰਗੀ? ਹਾਂ। ਅੱਛਾ। 20 ਲੀਟਰ ਦੁੱਧ ਦੇਣਾ 4 ਲੱਖ ਰੁਪਏ ਦਾ ਮਾਲਕ ਜ਼ਰੂਰ ਲੈਣਾ ਹੈ। ਠੀਕ ਹੈ। ਅੱਛਾ ਸਰ, ਹੁਣ ਇਹ ਦੱਸਿਓ ਕਿ ਇਹ ਜਿਹੜੇ ਤੁਹਾਡੇ 55 ਮੱਝਾਂ ਤੇ 25 ਗਾਵਾਂ ਨੇ, ਹਾਂਜੀ। ਤਕਰੀਬਨ 80 ਜਾਨਵਰ ਨੇ, ਹਾਂਜੀ। ਇਹਨਾਂ ਵਾਸਤੇ ਕਿੰਨੇ ਮੁਲਾਜ਼ਮ ਰੱਖੇ ਨੇ ਤੁਸੀਂ? ਇਹਨਾਂ ਵਾਸਤੇ ਅਸੀਂ 6 ਮੁਲਾਜ਼ਮ ਹਨ। ਤੇ ਇਸ ਤੋਂ ਇਲਾਵਾ ਜਿਹੜੇ ਮਾਲਕ ਨੇ ਤੁਹਾਡੇ ਉਹ ਵੀ ਨਾਲ ਹੀ ਨੇ? ਮਾਲਕ ਵੀ ਨਾਲ। ਬਈ ਤਕਰੀਬਨ 7 ਬੰਦੇ ਹੋ ਗਏ। ਹਾਂ। ਦੋ ਤਿੰਨ ਮਾਲਕ ਹੁੰਦੇ ਨੇ, 9-10 ਹੋ ਜਾਂਦੇ ਆ। ਤੇ ਮੁਲਾਜ਼ਮ ਦੀ ਤਨਖਾਹ ਕਿੰਨੀ ਹੈ? ਮੁਲਾਜ਼ਮ ਤਨਖਾਹ 17,000 ਹੈ। ਅੱਛਾ ਸਰ, ਇਹ ਦੱਸੋ ਕਿ 80 ਜਾਨਵਰਾਂ ਵਾਸਤੇ ਤੁਸੀਂ ਸਬਜ਼ ਚਾਰਾ ਕਿੰਨੇ ਕਿੱਲੇ ਕਾਸ਼ਤ ਕੀਤਾ ਹੈ? 80 ਕਿੱਲੇ 10 ਕਿੱਲੇ ਕੀਤਾ ਹੋਇਆ। ਤੇ ਇਹ ਕਿੰਨੇ ਮਹੀਨੇ ਤੁਹਾਡੇ ਨਿਕਲ ਜਾਂਦੇ ਸਬਜ਼ ਚਾਰੇ ਤੇ? ਹਾਂਜੀ। ਇਹ ਜਿਹੜਾ 10 ਕਿੱਲੇ ਸਬਜ਼ ਚਾਰਾ ਹੈ ਇਹ ਕਿੰਨੇ ਮਹੀਨੇ ਜਿਹੜਾ ਕਿ ਜਾਨਵਰਾਂ ਵਾਸਤੇ ਕਾਫੀ ਹੈ? ਮਹੀਨੇ ਵਾਸਤੇ? ਆਹੋ, ਕਿੰਨੇ ਮਹੀਨੇ ਵਾਸਤੇ ਕਾਫੀ ਹੈ? ਇਹਦੀ ਅਸੀਂ 4 ਮਹੀਨੇ ਵਾਸਤੇ ਕੋਈ ਜਨਾਬ। ਅੱਛਾ। 10 ਕਿੱਲੇ ਜਿਹੜਾ 80 ਜਾਨਵਰ 4 ਮਹੀਨੇ ਸਕੂਲ ਨਾਲ ਖਾਈ ਜਾਂਦੇ। ਤੇ ਇਹ ਰੋਜ਼ਾਨਾ ਤੁਹਾਨੂੰ ਕੀ ਖਵਾਉਂਦੇ ਪਿਆਉਂਦੇ? ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸੋ।
ਕਿ ਸਵੇਰ ਕੀ ਖਾਂਦੇ ਹੋ, ਚਵਾਈ ਕਿਸ ਟਾਈਮ ਕਰਦੇ ਹੋ, ਦੁਪਹਿਰੀ ਸ਼ਾਮੀ ਕੀ ਖਾਂਦੇ ਹੋ? सुबह रात 3 बजे, सुबह 3 बजे। ਸਾਰੀ ਰੂਟੀਨ ਦੱਸੋ ਨਾ, ਸਵੇਰ ਕੀ ਖਾਂਦੇ ਹੋ, ਦੁਪਹਿਰੀ ਸ਼ਾਮੀ? सब चारा पत्ते, ज्वार तोड़ी, ज्वार तोड़ी, ਖਲ ਵੰਡਾ खाल बंडा भी, ਸਾਰਾ ਦੱਸੋ। खाल भी पाने हैं, बंडा ही पाने हैं। ਖਲ ਵੰਡਾ ਕਿੰਨਾ ਪਾਉਂਦੇ ਹੋ? खाल बंडा एक तोड़ा बंडे ते पाने हैं, ते तकरीबन अद्धा तोड़ा खाल पाने हैं, लियारी मच्छी नूं। ਤੇ ਜਿਹੜੀਆਂ ਦੁੱਧ ਦਿੰਦੀਆਂ हाँ जी, ਤੇ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਵੰਡਾ ਨਹੀਂ ਖਵਾਉਂਦੇ? उन्होंने सबक चारा पाने हैं। ਸਿਰਫ ਸਬਜ਼ ਚਾਰਾ? हाँ जी, ਤੇ ਜਿਹੜੀ ਦੁੱਧ ਦੇਣ ਵਾਲੀ ਇੱਕ ਮੱਝ ਹੈ, ਉਹਨੂੰ ਕਿੰਨਾ ਵੰਡਾ ਆਈ ਜਾਂਦਾ? ਕੋਈ 2-3 ਕਿਲੋ ਆਈ ਜਾਂਦਾ? 2 किलो आ जाता, ਇੱਕ ਟਾਈਮ ਦਾ 2 ਟਾਈਮਾਂ एक ਦਾ? टाइम का, ਤੇ 2 ਟਾਈਮ ਦਿੰਦੇ ਹੋ, 1 ਟਾਈਮ ਦਿੰਦੇ ਹੋ? 2 टाइम। ਤੇ ਇਹ ਜਿਹੜਾ ਸਬਜ਼ ਚਾਰਾ ਹੈ, ਇੱਕ ਜਾਨਵਰ ਕਿੰਨਾ ਖਾਈ ਜਾਂਦਾ ਹੈ सबक चारा है इस तरह तो वजन तो नहीं, हिसाब तो असी तो ਅੰਦਾਜ਼ਨ? अंदाजन तकरीबन असी 25 किलो, तकरीबन 30 किलो तो खाई जाएगा। ਠੀਕ ਹੈ। ਅੱਛਾ ਸਰ, ਇਹ ਦੱਸੋ ਕਿ ਜਿਹੜੇ ਵੱਡੇ ਜਾਨਵਰ ਨੇ, ਹਾਂਜੀ। ਰੋਜ਼ਾਨਾ ਦਾ ਇੱਕ ਜਾਨਵਰ ਤੇ ਖਲ ਵੰਡਾ ਤੇ ਚੋਖਰ, ਤੂੜੀ, ਸਬਜ਼ ਚਾਰਾ ਕਿੰਨਾ ਖਰਚਾ ਆ ਜਾਂਦਾ ਹੈ? खर्चा ਜੀ, तकरीबन खर्चा 300 रुपये ज़रूर आ जाएगा, ਕਮ ਅਜ਼ ਕਮ। कम पेश। ਇਹ ਹਾਲਾਂਕਿ ਤੁਹਾਡੇ ਪੱਠੇ ਆਪਣੇ ਨੇ, ਫੇਰ 300 ਆ ਰਿਹਾ ਹੈ। हाँ जी, ਅਗਰ ਪੱਠੇ ਮੁੱਲ ਹੋਣ ਫਿਰ ਖਰਚਾ ਜ਼ਿਆਦਾ ਹੋਈ ਜਾਂਦਾ। मेरा खर्चा ज़्यादा है। ਅੱਛਾ ਸਰ, ਜਾਨਵਰਾਂ ਦੀਆਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ? ਇਹਨਾਂ ਨੂੰ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ? इन्होंने 2-3 किस्म की बीमारी हो जाती है। ਕਿਹੜੀ ਕਿਹੜੀ? चिच्चड़ शुरू हो जाते हैं, ਚੀਚੜ ਗਾਵਾਂ ਨੂੰ ਹੁੰਦੇ ਨੇ ਕਿ ਮੱਝਾਂ ਨੂੰ ਵੀ ਹੁੰਦੇ बच्चा ਨੇ? नहीं हो जाते हैं। ਹੋਰ ਇਸ ਤੋਂ ਇਲਾਵਾ? इस तो इलावा गल घुट होता है, ਹੋਰ मुँह खुर होता है जी, ਹੋਰ बस। ਚੀਚੜ ਦਾ ਇਲਾਜ ਦੱਸੋ, ਗਾਵਾਂ ਦਾ ਵੀ ਤੇ ਮੱਝਾਂ ਦਾ ਵੀ। हाँ जी, ਕੀ ਇਲਾਜ ਕਰਦੇ ਹੋ? उन्हें वैक्सीन करते फिर टिकते हैं। ਤੇ ਇੰਜੈਕਸ਼ਨ ਲਗਵਾਉਂਦੇ ਹੋ? ਹਾਂਜੀ। ਕਿਹੜਾ ਇੰਜੈਕਸ਼ਨ ਦਾ ਨਾਮ ਹੁੰਦਾ ਹੈ? नहीं नाम नहीं, ਤੇ ਮੱਝਾਂ ਨੂੰ ਵੀ ਇੰਜੈਕਸ਼ਨ ਲਾਉਂਦੇ ਹੋ? अच्छा नहीं, ਤੇ ਇੰਜੈਕਸ਼ਨ ਲਾਣਾ ਬਿਹਤਰ ਹੈ ਕਿ ਇਹਨਾਂ ਨੂੰ ਉੱਤੇ ਸਪਰੇਅ ਕਰਨਾ ਬਿਹਤਰ ਹੈ? इस तरह स्प्रे करना, ਤੇ ਤੁਸੀਂ ਇੰਜੈਕਸ਼ਨ ਕਿਉਂ ਲਗਵਾਉਂਦੇ ਹੋ? ये मालिक की मर्जी। ਅੱਛਾ, हाँ, ਸਪਰੇਅ ਕਰਨਾ ਬਿਹਤਰ ਹੈ। और स्प्रे भी होता है। ਤੇ ਜਿਹੜਾ ਮੂੰਹ ਖੋਰੇ ਉਹਦਾ ਕੀ ਇਲਾਜ ਹੈ? मुँह खुर वास्ते वैक्सीन है। ਉਹ ਕਿਹੜੀ ਵੈਕਸੀਨ ਹੈ? वैक्सीन उन्होंने लियांदी इन्हें आप मालका है। ਅੱਛਾ, ਮਾਰ ਕੇ ਲਿਆਂਦੀ ਹੈ। हाँ, ਤੇ ਕੋਈ ਜਾਨਵਰਾਂ ਦਾ ਦੇਸੀ ਇਲਾਜ ਵੀ ਕਰਦੇ ਹੋ ਕੋਈ ਇਹਨਾਂ ਨੂੰ? जे गब्बर जानवर है उन्होंने घ्यो दे देते हैं, वो देसी इलाज कोई नहीं होते। ਅੱਛਾ जे गर्मी हो गई तो मक्खन घ्यो देना है, सर्दी में तो पक्का घ्यो देना है। ਅੱਛਾ, ਤੇ ਸੂਣ ਤੋਂ ਕਿੰਨੀ ਦੇਰ ਪਹਿਲੇ ਦੇਣਾ ਹੈ? सूर तो पहले 2 महीने दे दो, ਕਿੰਨੇ ਦਿਨ ਦੇਣਾ ਹੈ? ਕਿੰਨੀ ਮਿਕਦਾਰ ਚ ਦੇਣਾ ਹੈ? आधा किलो देते रखो, ਕਿੰਨੇ ਦਿਨ? जितना तुम्हारी मर्जी के मुताबिक। तुम 2 किलो देना, 4 किलो देना, किलो देना, जो थोड़ी साफ ਕਮ ਸੇ ਕਮ ਕਿੰਨਾ ਦੇਣਾ ਚਾਹੀਦਾ? कम उस कम अद्धा किलो देना चाहिए। ਕਦੀ ਜਦੋਂ ਇੱਕ ਜਾਨਵਰ ਸੁਣਦਾ ਹੈ, ਉਹ ਅੱਟਾ ਨਹੀਂ ਸੁੱਟਦਾ ਜਾਂ ਸ਼ੁਰੂ 'ਚ ਦੁੱਧ ਦੀ ਪੈਦਾਵਾਰ ਘੱਟ ਹੁੰਦੀ ਹੈ, ਉਹਦਾ ਕੀ ਇਲਾਜ ਕਰਦੇ ਹੋ? ਉਹਨਾਂ ਜੀ ਗੁਲਕਾਨ ਦੇ ਵੀਰੇ, ਗੁਲਕਾਨ ਤੇ ਖੰਡ ਮਿਕਸ ਕਰਕੇ ਨਾ ਉਬਾਲਾ ਦੇ ਕੇ ਗਰਮ ਕਰਕੇ ਉਹਨੂੰ ਉਬਾਲਾ ਦੇ ਕੇ ਤੁਹਾਨੂੰ ਫਿਰ ਹਲਾਲ ਕਰਕੇ ਜਦੋਂ ਠੰਡੀ ਹੋ ਜਾਵੇ ਉਹ ਫਿਰ ਦੇ ਦੋ, ਉਸ ਟਾਈਮ ਛੱਡ ਦੇਗੀ। ਕਿੰਨੀ ਗੁਲਕੰਦ ਤੇ ਕਿੰਨੀ ਖੰਡ ਮਿਕਸ ਕਰਦੇ ਹੋ? ਕਿਲੋ ਦੇ ਰੱਖੋ, ਕਿੰਨੇ ਦਿਨ ਦੇਣੀ ਹੈ? 3-4 ਦਿਨ ਦੇ ਦਿਓ। ਅੱਛਾ ਹਾਂ, ਅੱਛਾ ਸਰ, ਇਹ ਦੱਸੋ ਕਿ ਜਿਹੜਾ ਤੁਹਾਡਾ ਫਾਰਮ ਹੈ, ਇਹ ਕਿੰਨੇ ਏਰੀਏ ਵਿੱਚ, ਕਿੰਨੀ ਜਗ੍ਹਾ ਟੋਟਲ ਫਾਰਮ ਦੀ? ਇਹ 5-6 ਵਾਲੀ ਏਕੜ ਹੈ। ਅੱਛਾ, ਤੇ ਇਹ ਜਿਹੜਾ ਤੁਹਾਡਾ ਸ਼ੈੱਡ ਹੈ ਜਿਹਦੇ ਅੰਦਰ ਜਾਨਵਰ ਨੇ, ਜਿਹੜਾ ਛੱਡਿਆ ਏਰੀਆ, ਇਹ ਕਿੰਨਾ ਹੈ? ਸ਼ੈੱਡ ਕਿੰਨੀ ਜਗ੍ਹਾ 'ਚ ਹੈ? ਇਹ 200 ਫੁੱਟ ਹੈ। 100 ਫੁੱਟ ਲੰਬਾ। ਅੱਛਾ, 100 ਫੁੱਟ ਲੰਮਾ ਹੈ, ਤੇ ਉਹ ਜਿਹੜਾ ਨਾਲ ਦੂਸਰਾ ਅੱਗੇ ਉਹ ਖੱਬੀ ਸਾਈਡ ਤੇ ਉਹ ਕਿੰਨਾ ਹੈ? ਉਹ ਵੀ 100 ਫੁੱਟ। 100 ਫੁੱਟ ਦੀ ਚੌੜਾਈ ਕਿੰਨੀ ਹੈ ਦੀ? 20 ਫੁੱਟ। 20 ਫੁੱਟ ਚੌੜਾਈ ਹੈ। ਹਾਂਜੀ। ਅੱਛਾ ਸਰ, ਇਹ ਦੱਸੋ ਕਿ ਅਗਰ ਕੋਈ ਇਹ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਉਹਨੂੰ ਕੀ ਮਸ਼ਵਰਾ ਦੇਵੋਗੇ? ਕੰਮ ਵਿੱਚ ਫਾਇਦਾ ਨੁਕਸਾਨ ਹੈ, ਤੇ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਨਾ ਮੱਦੇ ਨਜ਼ਰ ਰੱਖੇ? ਇਸ ਵੇਲੇ ਇਹਦੇ ਚੋਂ ਫਾਇਦਾ ਹੈ ਜਦੋਂ ਸਹੀ ਕੰਮ ਸ਼ੁਰੂ ਕਰੇ, ਜੀ, ਅਗਰ ਸਹੀ ਚਾਰਾ ਜਾਂ ਹੋਏ ਇਹਨੂੰ ਫਾਇਦਾ ਹੈ। ਅੱਛਾ, ਹਾਂ, ਨੁਕਸਾਨ ਨਹੀਂ ਹੈ। ਇਹ ਤੁਸੀਂ ਮੱਝਾਂ ਵੀ ਰੱਖੀਆਂ ਨੇ ਤੇ ਗਾਵਾਂ ਵੀ ਰੱਖੀਆਂ ਨੇ, ਹਾਂਜੀ। ਇਹਦਾ ਕੀ ਫਾਇਦਾ ਹੈ? ਕੁਝ ਲੋਕ ਸਿਰਫ ਮੱਝਾਂ ਰੱਖਦੇ ਨੇ, ਕੁਝ ਗਾਵਾਂ ਰੱਖਦੇ ਨੇ, ਤੁਸੀਂ ਦੋਨੋਂ ਇਕੱਠੇ ਰੱਖੇ ਨੇ ਜਾਨਵਰ? ਅਸੀਂ ਦੋਨੋਂ ਰੱਖੇ ਦੁੱਧ ਦੀ ਮਿਕਦਾਰ ਵਾਸਤੇ। ਬਈ ਗਾਵਾਂ ਦੁੱਧ ਜ਼ਿਆਦਾ ਦਿੰਦੀਆਂ ਨੇ, ਹਾਂਜੀ। ਮੱਝਾਂ ਘੱਟ ਦਿੰਦੀਆਂ ਨੇ, ਲੈਵਲ ਹੋਈਏ। ਗਰਮੀ 'ਚ ਮੱਝਾਂ ਦੁੱਧ ਘਟਾਉਂਦੀਆਂ ਚਲੇ, ਅੱਛਾ, ਗਾਵਾਂ ਦੁੱਧ ਵਧਾਉਂਦੀਆਂ ਨੇ।